हेलो स्टूडेंट्स, कल मैंने चैप्टर ग्राफिक्स करवाया सीगा। जो बच्चे नहीं आए मैं एक बार दोबारा रिपीट कर दिंदी हूँ कि जेह्ड़े इमेजेस ने द रोल ऑफ द इमेजेस ऑन द web. A great website just isn't just about the correct markup. ਇਹਦੇ ਵਿੱਚ ਜਿਹੜੀਆਂ ਜਿਪ ਫਾਈਲਸ ਵਗੈਰਾ ਨੇ, ਇਮੇजेस ਵਗੈਰਾ ਨੇ, ਉਹ ਵੀ ਕਾਫੀ ਅੱਛੀ ਲੁੱਕ ਪ੍ਰੋਵਾਈਡ ਕਰਦੇ ਨੇ। ਇਮੇਜ ਪ੍ਰੀਲਿਮਿਨਰੀ ਜਿਪ ਫਾਈਲਸ ਹੋ ਜਾਂਦੀਆਂ ਨੇ, ਜੀਪੀਜੀ ਫਾਈਲਸ ਹੋ ਜਾਂਦੀਆਂ ਨੇ। ਜਿਪ ਫਾਈਲ ਦੀ ਐਕਸਟੈਂਸ਼ਨ ਜਿਪ ਹੁੰਦੀ ਹੈ, GIF ਔਰ JPG ਦੀ ਹੁੰਦੀ ਹੈ JPEG ਜਾਂ JPG। PNG ਹੁੰਦਾ ਪੋਰਟੇਬਲ ਨੈਟਵਰਕ ਗ੍ਰਾਫਿਕਸ ਜਿਹਦੀ ਐਕਸਟੈਂਸ਼ਨ ਹੁੰਦੀ ਹੈ .png। ਅਤੇ ਇਹ ਤੁਹਾਡੀਆਂ फाइल टाइप्स ने डिटेल समझाया होया जिप फाइल्स का। ठीक है, इंपॉर्टेंट टॉपिक है बेटा। ये सारियां जिप फाइल्स जिहड़ियां ने बेसिक फॉर्म ऑफ कंप्रेशन है कॉल्ड रन लेंथ इनकोडिंग। नो सो simply taking a box filled with the lines and rotating it 90 degrees show how dramatic the compression effect will। GIF compression ਜਿਹੜੀ scheme ਹੈਗੀ ਹੈ comparisons obvious why the format is good of illustrations over the images contain the amount of continuous color। ਤੇ ਇੱਧਰ ਦੇਖ ਲਿਓ ਤੁਸੀਂ two types ਨੇ GIF 87 and GIF 89A। ਤੇ ਆ ਹੈਗੇ ਦੋ ਫਾਰਮੈਟਸ ਦਿੱਤੇ ਹੋਏ ਨੇ GIF ਤੇ JPG। GIF ਹੋ ਗਿਆ ਲੂਜ਼ਲੈਸ preserve file size for minimum compression of continuous horizontal region of colors। और JPG ਜਿਹੜੀ ਹੈਗੀ लूजी ट्रेड इमेज क्वालिटी ऑफ फॉर फाइल साइज। ਇਹਨਾਂ ਦੀ कलर डेप्थ सपोर्ट हैगी है, प्रोग्रेसिव इंटरलेस्ड है, प्रोग्रेसिव है, ट्रांसपेरेंसी हैगी है। जिफ ਜਿਹਦੇ 'ਚ नहीं हैगी तो एनीमेशन जिफ 'ਚ हैगी है तो JPG 'ਚ नहीं हैगी। ਤੁਸੀਂ ਕਈ ਵਾਰ ਦੇਖਦੇ ਹੋ ਨਾ WhatsApp ਦੇ ਵਿੱਚ ਇਮੇਜਿਸ ਆਉਂਦੀਆਂ ਨੇ, ਉਹ ਐਨੀਮੇਟਿਡ ਹੁੰਦੀਆਂ ਨੇ ਤਾਂ ਉਹ GIF ਫਾਈਲਸ ਹੁੰਦੀਆਂ ਨੇ। ਇਹ ਟਰਾਂਸਪੇਰੈਂਸੀ ਕੀ ਹੁੰਦੀ ਹੈਗੀ, ਦੇਖੋ ਫਰਕ ਆਪਾਂ ਨੇ ਦੇਖਿਆ ਕਿ ਅਗਰ ਇੱਕ ਬਿਟ ਜਿਹੜਾ ਹੈਗਾ ਯਾਨੀ ਇੱਕ ਕਲਰ ਅਗਰ ਆਪਾਂ ਚੇਂਜ ਕਰ ਦਿੰਦੇ ਹੈਗੇ, ਟਰਾਂਸਪੇਰੈਂਟ ਕਰ ਦਿੰਦੇ ਹਾਂ ਤਾਂ ਦੇਖੋ ਇਹ ਹੈਗਾ ਵਿਦਆਊਟ ਟਰਾਂਸਪੇਰੈਂਸੀ, ਇਹ ਹੈਗਾ ਵਿਦ ਟਰਾਂਸਪੇਰੈਂਸੀ। ਅਤੇ ਤੁਹਾਨੂੰ ਡਿਫਰੈਂਸ ਪਤਾ ਚੱਲ ਰਿਹਾ ਹੈਗਾ ਪਿਕਚਰ ਦੇ ਵਿੱਚ। ਐਂ ਜਿਹੜੀ ਇੰਟਰਲੇਸਿੰਗ ਹੁੰਦੀ ਹੈਗੀ ਹੈ ਜਿਹੜਾ GIF ਫਾਈਲ ਹੈਗੀ ਸਪੋਰਟ ਕਰਦੇ ਆ इंटरलेसिंग अलाउ इमेज टू लोड एंड vanity and blind fashion rather than top to bottom line at the time। Interlacing effect allows the user to get a idea from image looks before the entire image has downloaded thus avoiding user frustration as image download। देखो इंटरलेसिंग ਦੇ ਵਿੱਚ इफेक्ट आ रहा हैगा और ये हैगा ਤੁਹਾਡਾ ਐਨੀਮੇਸ਼ਨਸ ਦਾ। ਜਿਹੜੀ GIF ਫਾਈਲ ਆ ਉਹ ਐਨੀਮੇਸ਼ਨਸ ਨੂੰ ਵੀ ਸਪੋਰਟ ਕਰਦੀ ਹੈ। ਇਹ ਹੋ ਗਿਆ ਤੁਹਾਡੀ GIF ਫਾਈਲਸ। ਇਹ ਹੋ ਗਿਆ ਤੁਹਾਡਾ JPG। ਠੀਕ ਹੈ, ਵਿਚ ਸਟੈਂਡਸ ਫॉर ਜੁਆਇੰਟ ਫੋਟੋਗ੍ਰਾਫੀ ਐਕਸਪਰਟ ਗਰੁੱਪ। ਦ ਨੇਮ ਆਫ ਦ ਕਮੇਟੀ that wrote the standard is a loosey image format designed for compressing photographic image that may contain thousands or even millions of colors and shades of grey। ਇਹ ਅੱਗੇ ਆ ਜਾਂਦਾ ਤੁਹਾਡਾ PNG portable network format emerging format all the features of GIF in addition to several other features। PNG is not proprietary compared to GIF which uses LZW। some designers have worried about potential programs claims on the LZW compression but so far this has been a non PNG compression algorithm। ਇਹ ਤੁਸੀਂ ਕਰ ਲਈ ਵੀ PNG ਇਮੇਜ ਜਿਹੜੀ ਹੁੰਦੀ ਹੈ ਬ੍ਰੇਕਿੰਗ 8-bit ਕਲਰ। ਇਹਦੇ ਤੁਸੀਂ ਨੋਟਸ ਬਣਾ ਲਿਓ ਇਮੇਜਿਸ ਦੇ ਇਹਨਾਂ ਦੇ ਡਿਫਰੈਂਟ ਟਾਈਪਸ ਦੇ। ਹੁਣ ਆਪਾਂ ਕਰਦੇ ਹਾਂ ਇਮੇਜ ਦਾ ਟੈਗ। ਇਮੇਜ ਦਾ ਟੈਗ ਦੇਖੋ ਐਂ ਲੱਗਦਾ ਹੈਗਾ ਇਮੇਜ ਉਹਦੇ ਸੋਰਸ ਦੇ ਵਿੱਚ ਜਿਹੜੀ ਇਮੇਜ ਪਾਉਣੀ ਆ ਉਹ ਪਾਤੀ। ਇਹਦੇ ਵਿੱਚ ਕਿਹੜੀ ਹੈ D ਡਰਾਈਵ ਦੇ ਵਿੱਚ ਏਅਰਕ੍ਰਾਫਟ ਦੇ ਵਿੱਚ ਇੰਡੈਕਸਿਵ ਫੋਲਡਰਸ ਫਾਈਲਸ ਦੇ ਵਿੱਚ ਫੋਲਡਰ ਦੇ ਵਿੱਚ ਏਅਰਕ੍ਰਾਫਟ ਸਮਾਲ JPG ਹੈ।
ਉਹ ਪਈ ਹੈਗੀ ਆ, ਉਹਦਾ ਉਰੇ ਦੇਤਾ। ਆਲਟ ਮਤਲਬ ਹੁੰਦਾ ਹੈਗਾ ਵੀ ਅਗਰ ਤੁਹਾਨੂੰ ਇਮੇਜ ਉਹ ਨਹੀਂ ਵਿਊ ਹੋ ਰਹੀ ਤਾਂ ਇਮੇਜ ਆਫ ਏਅਰਕ੍ਰਾਫਟ ਲਿਖ ਕੇ ਆ ਜਾਊਗਾ। ਇਹ ਦੇਖੋ ਇਹਦੀ ਇਮੇਜ ਉਰੇ ਆ ਗਈ ਹੈਗੀ ਹੈ। ਇਹਦੇ ਦੂਜੇ ਐਟਰੀਬਿਊਟਸ, ਆ ਦੋ ਤਾਂ ਐਟਰੀਬਿਊਟਸ ਹੋ ਗਏ। ਆਪਾਂ ਨੇ ਹੁਣ ਸੋਰਸ ਵੀ ਕਰ ਲਿਆ ਐਟਰੀਬਿਊਟ, ਆਲਟ ਵੀ ਕਰ ਲਿਆ, ਠੀਕ ਹੈ। ਇਹ ਹੋ ਗਿਆ ਤੁਹਾਡਾ URL ਔਰ ਇਹ ਹੋ ਗਿਆ ਤੁਹਾਡਾ ਆਲਟਰਨੇਟਿਵ ਟੈਕਸਟ, ਅਗਰ ਤੁਹਾਨੂੰ ਇਹ ਇਮੇਜ ਨਹੀਂ ਵੀ ਹੋ ਰਹੀ। ਅੱਗੇ ਹੈਗਾ ਹਾਈਟ ਔਰ ਵਿਡਥ, ਇਮੇਜ ਦੀ ਹਾਈਟ ਕਿੰਨੀ ਹੋਵੇ, ਵਿਡਥ ਕਿੰਨੀ ਹੋਵੇ। ਦੇਖੋ ਇਹਦੇ 'ਚ ਦੇ ਸਕਦੇ ਹਾਂ ਆਪਾਂ, ਇਹਦੇ 'ਚ ਹਾਈਟ ਵਿਡਥ ਦਿੱਤੀ 50 ਤੇ 80। ਅਲਾਈਨਮੈਂਟ ਦੇ ਸਕਦੇ ਹੈਗੇ ਆ, ਲੈਫਟ ਰਾਈਟ ਟੌਪ ਮਿਡਲ ਬਾਟਮ ਵਿੱਚੋਂ। ਦੇਖੋ ਇਹਦੇ ਫੈਕਟੋਰੀ ਨਜ਼ਰ ਆ ਰਹੇ ਨੇ ਤੁਹਾਨੂੰ ਇਸ ਵਾਲੀ ਪਿਕਚਰ 'ਚ। ਬਾਰਡਰ ਸਟਾਈਲ ਦੇ ਸਕਦੇ ਹੈਗੇ ਆ। V ਸਪੇਸ ਹੁੰਦਾ, ਵਰਟੀਕਲ ਸਪੇਸ, H ਸਪੇਸ ਹੁੰਦਾ, ਹੌਰੀਜ਼ੌਂਟਲ ਸਪੇਸ ਯਾਨੀ ਇੱਥੇ ਆਲੇ ਦੁਆਲੇ ਜਿਹੜੀ ਹੈਗੀ ਹੈ ਸਪੇਸਿੰਗ, ਉਹ ਪਿਕਚਰਸ ਦੇ ਆਲੇ ਦੁਆਲੇ, ਇਮੇਜ ਦੇ ਆਲੇ ਦੁਆਲੇ ਜਿਹੜੀ ਸਪੇਸਿੰਗ ਉਹ ਦੇਣੀ ਹੋਵੇ ਤਾਂ ਉਹ ਦੇ ਸਕਦੇ। ਹੁਣ ਇਮੇਜ ਨੂੰ ਅਗਰ ਲਿੰਕ ਬਣਾਉਣਾ ਹੈਗਾ ਤਾਂ ਐਂਕਰ ਟੈਗ ਜਿਹੜਾ ਹੈਗਾ ਇਮੇਜ ਦੇ ਟੈਗ ਦੇ ਅੱਗੇ ਲਗਾ ਦਿਓ ਤਾਂ ਉਹ ਤੁਹਾਡੀ ਇਮੇਜ ਕੀ ਹੋ ਜਾਊਗੀ, ਲਿੰਕ ਬਣ ਜਾਊਗਾ। ਦੇਖੋ ਇਮੇਜ ਦੇ ਟੈਗ ਦੇ ਅੱਗੇ ਇਹ ਟੈਗ ਹੈ ਔਰ ਇੱਥੇ ਕਲਿੱਕ ਕਰਕੇ ਆਹ ਵਾਲੀ ਫਾਈਲ ਖੁੱਲ ਜਾਏਗੀ ਤੁਹਾਡੀ, ਠੀਕ ਹੈ। ਅਤੇ ਇਹਦੇ ਨਾਲ ਤੁਹਾਡੀ ਇਮੇਜ ਕੀ ਹੈ, ਲਿੰਕ ਬਣ ਜਾਏਗਾ। ਅਗਰ ਤੁਸੀਂ ਪੂਰੀ ਦੀ ਪੂਰੀ ਆਪਣੇ ਪੇਜ ਨੂੰ ਬੈਕਗਰਾਊਂਡ ਦੇਣਾ ਚਾਹੁੰਦੇ ਹੋ, ਬੈਕਗਰਾਊਂਡ 'ਤੇ ਕੋਈ ਇਮੇਜ ਦੇਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਬੋਡੀ ਦੇ ਐਟਰੀਬਿਊਟ ਯੂਜ਼ ਕਰਨਾ ਪਊਗਾ ਬੈਕਗਰਾਊਂਡ, ਜਿਹਦੇ 'ਚ ਉਸ ਪਿਕਚਰ ਨੂੰ ਪਾਉਣਾ ਪਏਗਾ। ਇਮੇਜ ਮੈਪ, ਐਨ ਇਮੇਜ ਮੈਪ ਇਜ਼ ਐਨ ਐਕਸਟੈਂਡਡ ਵਰਜ਼ਨ ਆਫ ਇਮੇਜ ਲਿੰਕਸ in which a single image represents multiple links depending on where the image the user should click। ਹਾਂਜੀ, ਇੱਥੇ ਤਾਂ ਆਪਾਂ ਨੇ ਬਣਾਇਆ ਸੀਗਾ ਕਿ ਇੱਥੇ ਕਲਿੱਕ ਕਰਕੇ ਇੱਕ ਪੇਜ ਹੋਰ ਓਪਨ ਹੋ ਜਾਏਗਾ, ਠੀਕ ਹੈ। ਬਟ ਅਗਰ ਮੈਂ ਇਸ ਪਿਕਚਰ ਨੂੰ ਅਗਰ ਆਪਾਂ ਅਲੱਗ ਪੋਰਸ਼ਨ 'ਚ ਡਿਵਾਈਡ ਕਰਨਾ ਤਾਂ ਆਪਾਂ ਨੂੰ ਕੀ ਯੂਜ਼ ਕਰਨਾ ਪਏਗਾ, ਇਮੇਜ ਮੈਪਸ। ਉਹਦੇ ਕੋਆਰਡੀਨੇਟਸ ਦੇਣੇ ਪੈਣਗੇ, ਪਹਿਲਾਂ ਉਹਦਾ ਸ਼ੇਪ ਦੇਣਾ ਪਏਗਾ। ਸ਼ੇਪ ਦੇ ਵਿੱਚ ਦੇਖੋ ਇਹਦੇ ਵਿੱਚ ਆਪਾਂ ਨੂੰ ਮੈਪ ਦੇਣਾ ਪਏਗਾ, ਜਿਵੇਂ ਇਹਦੇ 'ਚ ਮੈਪ ਦਿੱਤਾ ਹੈਗਾ, ਉਹਦਾ ਨਾਮ ਲਿਖਤਾ ਲੈਪਰਡ ਮੈਪ, ਠੀਕ ਹੈ। ਉਹਦੇ ਵਿੱਚ ਇੱਕ ਸ਼ੇਪ ਦਿੱਤੀ ਰੈਕਟੈਂਗਲ, ਇੱਕ ਸਰਕਲ। ਰੈਕਟੈਂਗਲ ਦੇ ਵਿੱਚ ਆਪਾਂ ਨੇ ਕੋਆਰਡੀਨੇਟਸ ਦਿੱਤੇ, ਦੇਖੋ 265 ਜਿਹੜਾ ਹੈਗਾ, ਯਾਨੀ ਕਿੱਥੋਂ ਸ਼ੁਰੂ ਹੋਊਗਾ, x 265 ਔਰ y 200। x ਹੁੰਦਾ ਲੈਫਟ ਸਾਈਡ ਤੋਂ, y ਹੁੰਦਾ ਟੌਪ ਸਾਈਡ ਤੋਂ, ਔਰ ਖ਼ਤਮ ਕਿੱਥੇ ਹੋਊਗਾ ਫਿਰ x ਤੇ y 164 ਤੋਂ ਲੈ ਕੇ 96 ਤੱਕ। ਉਨਾ ਕੁ ਏਰੀਆ ਜਿਹੜਾ ਹੈਗਾ ਤੁਹਾਡਾ, ਜਿਵੇਂ ਨੋਜ਼ ਵਾਲਾ ਏਰੀਆ ਹੈਗਾ, ਇਹ ਤੁਹਾਡਾ ਲਿੰਕ ਬਣ ਜਾਏਗਾ। ਅਗਰ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਕਿੱਥੇ ਖੁੱਲੂਗਾ, ਇਮੇਜ 1 'ਚ। ਅਤੇ ਹੁਣ ਦੂਜੀ ਸ਼ੇਪ ਲੈ ਲਈ ਉਹਨਾਂ ਨੇ ਸਰਕਲ ਦੀ, ਜਿਹਦਾ ਉਹਨਾਂ ਨੇ ਆਲਟ ਵਿੱਚ ਆਈਜ਼ ਲਿਖਤਾ। ਕੋਆਰਡੀਨੇਟਸ ਉਹਦੇ ਦੇ ਦਿੱਤੇ 120 100 ਅਤੇ 50। ਇਹਦਾ ਮਤਲਬ ਕਿ 120 x ਹੈ, 100 y ਹੈ, ਯਾਨੀ ਇੱਕ ਸੈਂਟਰ ਪੁਆਇੰਟ ਮਿਲ ਗਿਆ। ਔਰ ਰੇਡੀਅਸ ਕਿੰਨਾ ਕਰਤਾ, 50 ਕਰਤਾ, ਜਿਹਦੇ ਨਾਲ ਦੂਜੀ ਇਮੇਜ ਓਪਨ ਹੋ ਜਾਏਗੀ। ਤਾਂ ਇਹ ਹੋ ਗਿਆ ਤੁਹਾਡਾ ਮੈਪ। ਹੁਣ ਇਹ ਮੈਪ ਜਿਹੜਾ ਹੈਗਾ ਆਪਾਂ ਯੂਜ਼ ਕਰਨਾ ਇਮੇਜ ਦੇ ਵਿੱਚ। ਤਾਂ ਦੇਖੋ ਇਮੇਜ ਦੇ ਟੈਬ ਦੇ ਵਿੱਚ, ਇਹ ਇਮੇਜ ਦੇ ਟੈਗ ਦੇ ਵਿੱਚ ਆਪਾਂ ਇਹ ਯੂਜ਼ ਮੈਪ ਕੀਤਾ ਔਰ ਇਹਦਾ ਨਾਮ ਦਿੱਤਾ, ਇੱਥੇ ਲੈਪਰਡ ਮੈਪ ਹੈ ਤਾਂ ਹੈਸ਼ ਲੈਪਰਡ ਮੈਪ, ਇੱਥੋਂ ਇਹਦਾ ਨੇਮ ਉਠਾ ਲੇਗਾ ਉਹ। And I hope those who have not came yesterday have understood this topic. So make the notes and submit me.